Good morning class. Welcome to science class. Today our topic is respiration in organism. इस चैप्टर 'ਚ ਅਸੀਂ ਹੁਣ ਤੱਕ ਪੜ੍ਹ ਚੁੱਕੇ ਹਾਂ ਰੈਸਪੀਰੇਸ਼ਨ ਕੀ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਟਾਈਪਸ ਆਫ ਰੈਸਪੀਰੇਸ਼ਨ। ਦੈਨ ਅਸੀਂ ਇਹ ਪੜ੍ਹਿਆ ਕਿ ਹਿਊਮਨ ਬੀਇੰਗਸ ਦੇ ਵਿੱਚ ਰੈਸਪੀਰੇਸ਼ਨ ਕਿਵੇਂ ਹੁੰਦੀ ਹੈ, ਉਹਦਾ ਮੈਕੈਨਿਜ਼ਮ ਪੜ੍ਹਿਆ। ਤੇ ਅੱਜ ਅਸੀਂ ਪੜ੍ਹਾਂਗੇ ਰੈਸਪੀਰੇਸ਼ਨ ਇਨ ਪਲਾਂਟਸ, ਕਿ ਪਲਾਂਟਸ ਦੇ ਵਿੱਚ ਵੀ ਰੈਸਪੀਰੇਸ਼ਨ ਹੁੰਦੀ ਹੈ। ਸੋ ਆਲ ਲਿਵਿੰਗ ਥਿੰਗਸ, ਜਿੰਨੀਆਂ ਵੀ ਲਿਵਿੰਗ ਥਿੰਗਸ ਆ ਉਹਨਾਂ ਸਾਰੇ ਵਿੱਚ ਰੈਸਪੀਰੇਸ਼ਨ ਹੁੰਦੀ ਹੈ। ਐਂਡ ਪਲਾਂਟ ਇਜ਼ ਆਲਸੋ ਆਰ ਲਿਵਿੰਗ ਥਿੰਗਸ, so that's why in plants respiration also occur. Now we will discuss about this. Respiration in plants occur in mitochondria. Plants ਦੇ ਵਿੱਚ respiration ਜਿਹੜੀ ਆ mitochondria ਦੇ ਵਿੱਚ ਹੁੰਦੀ ਆ। During respiration plants take in oxygen and release carbon dioxide. ਜਿਵੇਂ ਹਿਊਮਨ ਬੀਇੰਗਸ ਕੀ ਆ ਆਕਸੀਜਨ ਨੂੰ ਅੰਦਰ ਲੈ ਕੇ ਜਾਂਦੇ, ਇਨਟੇਕ ਕਰਦੇ ਆ ਤੇ ਰਿਲੀਜ਼ ਕਰਦੇ ਕਾਰਬਨ ਡਾਈਆਕਸਾਈਡ। ਸਿਮਿਲਰਲੀ ਪਲਾਂਟਸ ਵੀ ਕੀ ਆ ਰੈਸਪੀਰੇਸ਼ਨ ਦੇ ਟਾਈਮ ਤੇ ਆਕਸੀਜਨ ਇਨਟੇਕ ਕਰਦੇ ਆ ਤੇ ਰਿਲੀਜ਼ ਕਰਦੇ ਕਾਰਬਨ ਡਾਈਆਕਸਾਈਡ। ਰੈਸਪੀਰੇਸ਼ਨ ਜਿਹੜੀ ਆ the outer surface of the root has a thin layer of the cell called epiblema. ਜਿਹੜੀ root ਆ, root ਦੇ outer ਜਿਹੜੀ covering ਆ ਉਹਨੂੰ ਅਸੀਂ epiblema ਕਹਿੰਦੇ ਆ। ਤੇ the air trapped in the soil diffuse in through these cells. ਜਿਹੜੀ ਹਵਾ ਵਾ ਉਹ ਇਸ ਸੈਲ ਸੋਇਲਸ ਦੇ ਵਿੱਚੋਂ ਕੀ ਆ ਪਾਸ ਹੋ ਕੇ ਡਿਫਿਊਜ਼ਨ ਦੇ ਥਰੂ ਕੀ ਆ ਪੂਰੇ ਪਲਾਂਟਸ ਵਿੱਚ ਪਹੁੰਚ ਜਾਂਦੀ ਆ ਆਕਸੀਜਨ। ਹੁਣ ਪਹਿਲੀ ਗੱਲ ਤਾਂ ਕੀ ਆ ਕਿ ਪਲਾਂਟਸ ਦੇ ਵਿੱਚ ਜਿਹੜੀ ਹੁੰਦੀ ਆ ਰੈਸਪੀਰੇਸ਼ਨ ਉਹ ਡਿਫਿਊਜ਼ਨ ਦੇ ਥਰੂ ਹੁੰਦੀ ਹੈ। ਲੀਵਸ ਐਂਡ ਯੰਗ ਗ੍ਰੀਨ ਸਟੈਮਸ ਟੇਕ ਇਨ ਏਅਰ ਐਂਡ ਰਿਲੀਜ਼ ਕਾਰਬਨ ਡਾਈਆਕਸਾਈਡ ਥਰੂ ਦਾ ਟਿਨੀ ਪੋਰਸ ਕਾਲਡ ਸਟੋਮੈਟਾ। ਜਿਹੜੇ ਪੱਤੇ ਹੁੰਦੇ ਆ, ਪੱਤਿਆਂ ਦੇ ਵਿੱਚ ਕੀ ਹੈ ਛੋਟੇ ਛੋਟੇ ਪੋਰਸ ਹੁੰਦੇ ਆ ਜਿਹਨੂੰ ਅਸੀਂ ਸਟੋਮੈਟਾ ਕਹਿ ਦਿੰਦੇ ਆ। ਉਹ ਸਟੋਮੈਟਾ ਦੇ ਥਰੂ ਆਕਸੀਜਨ ਜਿਹੜੀ ਆ ਅੰਦਰ ਜਾਂਦੀ ਆ ਤੇ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਬਾਹਰ ਜਾਂਦੀ ਆ। ਸਟੋਮੈਟਾ ਵਿਦ ਨੀਅਰ ਬਾਈ ਸੈਲ ਇਜ਼ ਨੋਨ ਐਜ਼ ਸਟੋਮੈਟਲ ਅਪਰਚਰ। ਸਟੋਮੈਟਾ ਦੇ ਲਾਗੇ ਜਿੰਨੇ ਵੀ ਸੈਲਸ ਹੁੰਦੇ ਆ ਉਹਨਾਂ ਸਾਰਿਆਂ ਨੂੰ ਸਟੋਮੈਟਲ ਅਪਰਚਰਸ ਕਹਿ ਦਿੰਦੇ ਆ। ਵੁਡੀ ਸਟੈਮਸ ਟੇਕ ਇਨ ਏਅਰ ਥਰੂ ਓਪਨਿੰਗ ਕਾਲਡ ਟੈਂਟੀਕਲਸ। ਜਿੰਨਾ ਪਲਾਂਟਸ ਦੇ ਵਿੱਚ ਸਟੈਮ ਜਿਹੜੀ ਆ ਵੁਡੀ ਹੁੰਦੀ ਆ ਉਹਨਾਂ ਦੇ ਵਿੱਚ ਟੈਂਟੀਕਲਸ ਹੁੰਦੇ ਆ, ਉਹ ਟੈਂਟੀਕਲਸ ਓਪਨ ਹੁੰਦੇ ਆ ਤੇ ਉਹਨਾਂ ਦੇ ਥਰੂ ਕੀ ਆ ਆਕਸੀਜਨ ਅੰਦਰ ਜਾਂਦੀ ਆ ਤੇ ਕਾਰਬਨ ਡਾਈਆਕਸਾਈਡ ਜਿਹੜੀ ਆ ਬਾਹਰ ਜਾਂਦੀ ਆ। ਡਿਊਰਿੰਗ ਦਾ ਡੇ, ਦਿਨ ਦੇ ਸਮੇਂ ਜਿਹੜੀ ਰੈਸਪੀਰੇਸ਼ਨ ਆ ਤੇ ਫੋਟੋਸਿੰਥੇਸਿਸ ਆ ਦੋਨੋਂ ਹੀ ਹੁੰਦੀਆਂ ਵਾ। ਜਿਵੇਂ ਤੁਹਾਨੂੰ ਪਤਾ ਹੀ ਆ ਰੈਸਪੀਰੇਸ਼ਨ ਕੀ ਹੁੰਦੀ ਆ ਸਾਹ ਨੂੰ ਲੈਣਾ, ਠੀਕ ਆ। ਤੇ ਮਤਲਬ ਪਲਾਂਟਸ ਜਿਹੜੇ ਆ ਸਾਹ ਲੈਂਦੇ ਆ, ਆਕਸੀਜਨ ਨੂੰ ਅੰਦਰ ਲੈ ਕੇ ਜਾਂਦੇ ਆ ਤੇ ਕਾਰਬਨ ਡਾਈਆਕਸਾਈਡ ਬਾਹਰ ਕਰਦੇ ਆ। ਤੇ ਫੋਟੋਸਿੰਥੇਸਿਸ ਕੀ ਹੁੰਦੀ ਆ ਜਿਹਦੇ ਵਿੱਚ ਪਲਾਂਟਸ ਆਪਣਾ ਭੋਜਨ ਆਪ ਬਣਾਉਂਦੇ ਆ। ਇਹਦੇ ਵਿੱਚ ਉਹ ਕੀ ਕਰਦੇ ਆ ਸਨਲਾਈਟ, ਵਾਟਰ ਤੇ ਕਾਰਬਨ ਡਾਈਆਕਸਾਈਡ ਨੂੰ ਲੈਂਦੇ ਆ। ਇਸ ਕਰਕੇ ਦਿਨ ਦੇ ਸਮੇਂ ਪਲਾਂਟਸ ਰੈਸਪੀਰੇਸ਼ਨ ਵੀ ਕਰਦੇ ਆ ਤੇ ਫੋਟੋਸਿੰਥੇਸਿਸ ਵੀ ਕਰਦੇ ਆ। ਐਟ ਨਾਈਟ ਓਨਲੀ ਰੈਸਪੀਰੇਸ਼ਨ ਟੇਕ ਪਲੇਸ। ਰਾਤ ਦੇ ਸਮੇਂ ਸਿਰਫ ਕੀ ਆ ਰੈਸਪੀਰੇਸ਼ਨ ਹੀ ਹੁੰਦੀ ਆ। ਸੋ ਦਾ ਪਲਾਂਟ ਟੇਕ ਇਨ ਆਕਸੀਜਨ ਐਂਡ ਗਿਵ ਆਊਟ ਕਾਰਬਨ ਡਾਈਆਕਸਾਈਡ। ਇਸ ਕਰਕੇ ਜਿਹੜੇ ਪਲਾਂਟਸ ਆ ਰਾਤ ਨੂੰ ਕੀ ਆ ਆਕਸੀਜਨ ਲੈਂਦੇ ਆ ਤੇ ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰਦੇ ਆ। ਹੁਣ ਅਸੀਂ ਪੜ੍ਹਾਂਗੇ ਰੈਸਪੀਰੇਸ਼ਨ ਇਨ ਪਲਾਂਟਸ, ਕਿਵੇਂ ਜਿਹੜੀਆਂ ਪਲਾਂਟਸ ਰੈਸਪੀਰੇਸ਼ਨ ਕਰਦੀ ਆ। ਜਿਵੇਂ ਦੇਖਿਆ ਤੁਸੀਂ ਰੂਟਸ ਹੈਗੇ ਆ, ਠੀਕ ਆ, ਰੂਟਸ ਦੇ ਵਿੱਚ ਵੀ ਰੈਸਪੀਰੇਸ਼ਨ ਹੁੰਦੀ ਆ, ਲੀਵਸ ਦੇ ਵਿੱਚ ਵੀ ਰੈਸਪੀਰੇਸ਼ਨ ਹੁੰਦੀ ਆ ਤੇ ਸਟੈਮ ਦੇ ਵਿੱਚ ਵੀ ਰੈਸਪੀਰੇਸ਼ਨ ਹੁੰਦੀ ਆ। ਦੈਨ ਪਲਾਂਟਸ ਨੇ ਕੀ ਕਰਨਾ ਆਕਸੀਜਨ ਨੂੰ ਅੰਦਰ ਲੈ ਕੇ ਜਾਣੇ ਆ, ਠੀਕ ਆ। ਲੀਵਸ ਦੇ ਥਰੂ ਆਕਸੀਜਨ ਜਾਏਗਾ ਜਾਂ ਸਟੈਮ ਦੇ ਥਰੂ ਤੇ ਜਾਂ ਰੂਟਸ ਦੇ ਥਰੂ। ਇਹਨਾਂ ਦੇ ਥਰੂ ਕੀ ਆ ਆਕਸੀਜਨ ਅੰਦਰ ਜਾਊਗੀ ਤੇ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਬਾਹਰ ਆਊਗੀ। ਇਸੇ ਤਰ੍ਹਾਂ ਹੀ ਜਿਹੜੇ ਆ ਫੋਟੋਸਿੰਥੇਸਿਸ ਆ, ਫੋਟੋਸਿੰਥੇਸਿਸ ਦੇ ਵਿੱਚ ਕੀ ਹੁੰਦਾ ਸੂਰਜ ਦੀ ਜਿਹੜੀ ਰੋਸ਼ਨੀ ਆ ਸਨਲਾਈਟ ਪਲਾਂਟਸ ਲੈਂਦੇ ਆ। ਦੈਨ ਉਹ ਕੀ ਆ ਕਾਰਬਨ ਡਾਈਆਕਸਾਈਡ ਲੈਣਗੇ ਤੇ ਉਹਦੇ ਤੋਂ ਉਹ ਗਲੂਕੋਜ਼ ਬਣਾਉਣਗੇ। ਜਿਹੜਾ ਗਲੂਕੋਜ਼ ਆ ਉਹ ਮੇਨ ਜਿਹੜਾ ਇਹਨਾਂ ਦਾ ਫੂਡ ਹੁੰਦਾ ਪਲਾਂਟਸ ਦਾ, ਜਿਹਦਾ ਫਾਰਮੂਲਾ ਹੈਗਾ C6H12O6। ਦੈਨ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ ਜਿਹੜੀ ਰੈਸਪੀਰੇਸ਼ਨ ਆ ਪਲਾਂਟਸ ਦੇ ਵਿੱਚ ਮਾਈਟੋਕੌਂਡਰੀਆ ਦੇ ਵਿੱਚ ਹੁੰਦੀ ਆ। ਹੁਣ ਅਸੀਂ ਪੜ੍ਹਾਂਗੇ ਰੈਸਪੀਰੇਸ਼ਨ ਤੇ ਫੋਟੋਸਿੰਥੇਸਿਸ ਦੇ ਵਿੱਚ ਕੀ ਡਿਫਰੈਂਸ ਆ। ਸਾਡੇ ਫਸਟ ਪੁਆਇੰਟ ਆ ਡਿਊਰਿੰਗ ਰੈਸਪੀਰੇਸ਼ਨ product of digestion such as glucose react with oxygen to form carbon dioxide, water and energy is released. respiration ਦੇ ਟਾਈਮ ਤੇ ਜਿਹੜਾ ਗਲੂਕੋਜ਼ ਫੂਡ ਪਲਾਂਟ ਨੇ ਬਣਾਇਆ ਵਾ
ਉਹ ਕੀ ਹੋਏਗਾ, ਆਕਸੀਜਨ ਦੇ ਨਾਲ ਰਿਐਕਟ ਹੋਏਗਾ। ਰਿਐਕਟ ਹੋਣ ਤੋਂ ਬਾਅਦ ਵਿੱਚ ਉਹਨੇ ਕਾਰਬਨ ਡਾਈਆਕਸਾਈਡ ਤੇ ਵਾਟਰ ਅਤੇ એનર્ਜੀ ਨੂੰ ਰਿਲੀਜ਼ ਕਰਨਾ ਹੈ। ਪਰ ਫੋਟੋਸਿੰਥੇਸਿਸ ਦੇ ਵਿੱਚ ਕੀ ਹੁੰਦਾ ਕਿ ਪਲਾਂਟਸ ਆਪਣਾ ਭੋਜਨ ਬਣਾਉਂਦੇ ਆ, ਉਹ ਕਿਹਦੀ ਮਦਦ ਦੇ ਨਾਲ ਬਣਾਉਂਦੇ ਆ, ਸੂਰਜ ਦੀ ਰੋਸ਼ਨੀ ਲੈ ਕੇ, ਠੀਕ ਆ, ਤੇ ਕਾਰਬਨ ਡਾਈਆਕਸਾਈਡ ਲੈ ਕੇ ਤੇ ਵਾਟਰ ਲੈ ਕੇ ਫਿਰ ਉਹ ਗਲੂਕੋਜ਼ ਨੂੰ ਤਿਆਰ ਕਰਦੇ ਆ। ਹੁਣ ਜਿਹੜਾ ਫੋਟੋਸਿੰਥੇਸਿਸ ਆ ਇਹ ਕਲੋਰੋਫਿਲ ਦੇ ਵਿੱਚ ਹੁੰਦੀ ਆ ਤੇ ਜਿਹੜੀ ਰੈਸਪੀਰੇਸ਼ਨ ਆ ਇਹ ਮਾਈਟੋਕੌਂਡਰੀਆ ਵਿੱਚ ਹੁੰਦੀ ਆ। ਜਿਹੜੀ ਰੈਸਪੀਰੇਸ਼ਨ ਆ ਉਹ ਜਿਹੜੀ ਆ ਕੈਮੀਕਲ એનર્ਜੀ ਨੂੰ ਜਿਹੜੀ ਆ ਕਨਵਰਟ ਕਰ ਦਿੰਦੀ ਆ ਹੀਟ એનર્ਜੀ ਦੇ ਵਿੱਚ। ਪਰ ਜੋ ਫੋਟੋਸਿੰਥੇਸਿਸ ਆ ਉਹਨੇ ਕੀ ਲਾਈਟ એનર્ਜੀ, ਹੁਣ ਲਾਈਟ એનર્ਜੀ ਮਤਲਬ ਸੂਰਜ ਦੀ ਜਿਹੜੀ ਰੋਸ਼ਨੀ ਆ ਉਹਨੂੰ ਐਜ਼ ਅ ਲਾਈਟ એનર્ਜੀ ਕਿਹਾ ਗਿਆ ਵਾ। ਲਾਈਟ એનર્ਜੀ ਨੂੰ ਉਹ ਕੀ ਆ ਕੈਮੀਕਲ એનર્ਜੀ ਵਿੱਚ ਕਨਵਰਟ ਕਰ ਦਿੰਦੀ ਆ। ਕੈਮੀਕਲ એનર્ਜੀ ਮੀਨਸ ਜਿਹੜਾ ਉਹਦਾ ਫੂਡ ਆ ਗਲੂਕੋਜ਼। ਨੈਕਸਟ ਹੈਗਾ ਵਾ ਡਿਊਰਿੰਗ respiration oxygen is absorbed and carbon dioxide is released। ਜਦੋਂ ਰੈਸਪੀਰੇਸ਼ਨ ਹੁੰਦੀ ਆ ਆਕਸੀਜਨ ਨੂੰ ਉਹ ਅਬਜ਼ੌਰਬ ਕਰਦੇ ਆ, ਮਤਲਬ ਆਕਸੀਜਨ ਲੈਂਦੇ ਆ ਤੇ ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰਦੇ ਆ। ਪਰ ਫੋਟੋਸਿੰਥੇਸਿਸ ਦੇ ਵਿੱਚ ਕੀ ਹੁੰਦਾ, ਕਾਰਬਨ ਡਾਈਆਕਸਾਈਡ ਨੂੰ ਉਹ ਐਬਜ਼ੌਰਬ ਕਰਦੇ ਆ ਤੇ ਆਕਸੀਜਨ ਨੂੰ ਬਾਹਰ ਨਿਕਾਲਦੇ, ਮੀਨਸ ਦੋਵੇਂ ਇੱਕ ਦੂਸਰੇ ਦੇ ਉਲਟ। respiration take place inside the body of the human animal in the presence of enzymes। ਜੋ ਰੈਸਪੀਰੇਸ਼ਨ ਆ ਇਹ ਹਿਊਮਨ ਬੀਇੰਗਸ ਐਨੀਮਲਸ ਦੇ ਕੀ ਆ ਬੋਡੀ ਦੇ ਇਨਸਾਈਡ ਹੁੰਦੀ ਆ, ਮਤਲਬ ਇਹਦੇ ਵਾਸਤੇ ਸਾਨੂੰ ਕੀ ਆ ਐਂਜ਼ਾਈਮਸ ਦੀ ਰਿਕੁਆਇਰਮੈਂਟ ਹੁੰਦੀ ਆ। ਤੇ ਜਿਹੜੀ ਫੋਟੋਸਿੰਥੇਸਿਸ ਆ ਇਹ ਸਿਰਫ ਗ੍ਰੀਨ ਲੀਵਸ ਦੇ ਵਿੱਚ ਹੋਏਗੀ ਓਨਲੀ ਇਨ ਦਾ ਪ੍ਰੈਜ਼ੈਂਸ ਆਫ ਸਨਲਾਈਟ ਐਂਡ ਕਲੋਰੋਫਿਲ। ਜੇਕਰ ਪੱਤੇ ਹਰੇ ਆ ਤੇ ਉਹਨਾਂ ਵਿੱਚ ਹੀ ਫੋਟੋਸਿੰਥੇਸਿਸ ਹੋਏਗੀ, ਜੇਕਰ ਪੱਤਿਆਂ ਦਾ ਕਲਰ ਯੈਲੋ ਆ ਤੇ ਉਹਨਾਂ ਵਿੱਚ ਜਿਹੜੀ ਫੋਟੋਸਿੰਥੇਸਿਸ ਨਹੀਂ ਹੋਏਗੀ। ਰੈਸਪੀਰੇਸ਼ਨ ਟੇਕ ਪਲੇਸ ਬੋਥ ਡਿਊਰਿੰਗ ਡੇ ਐਂਡ ਨਾਈਟ। ਜਿਹੜੀ ਰੈਸਪੀਰੇਸ਼ਨ ਆ ਜਿਵੇਂ ਅਸੀਂ ਹਿਊਮਨ ਬੀਇੰਗਸ ਸਵੇਰੇ ਸ਼ਾਮ ਦਿਨ ਰਾਤ ਹਮੇਸ਼ਾ ਕੀ ਆ ਰੈਸਪੀਰੇਸ਼ਨ ਕਰਦੇ ਆ, ਠੀਕ ਹੈ। ਇਸੇ ਤਰ੍ਹਾਂ ਪਲਾਂਟਸ ਵੀ ਕੀ ਆ ਦਿਨ ਰਾਤ ਦੋਵੇਂ ਟਾਈਮ ਦੇ ਉੱਪਰ ਕੀ ਆ ਰੈਸਪੀਰੇਸ਼ਨ ਕਰਦੇ ਆ। ਪਰ ਜੋ ਫੋਟੋਸਿੰਥੇਸਿਸ ਆ ਫੋਟੋਸਿੰਥੇਸਿਸ ਟੇਕ ਪਲੇਸ ਓਨਲੀ ਡਿਊਰਿੰਗ ਡੇ ਟਾਈਮ। ਸਿਰਫ ਦਿਨ ਦੇ ਟਾਈਮ ਦੇ ਉੱਪਰ ਹੀ ਕੀ ਆ ਫੋਟੋਸਿੰਥੇਸਿਸ ਹੁੰਦੀ ਹੈ। ਹੁਣ ਅਸੀਂ ਜਿੰਨਾ ਪੜ੍ਹਿਆ ਉਹਦੇ ਵਿੱਚੋਂ ਮੈਂ ਤੁਹਾਨੂੰ ਮਤਲਬ ਕਿ ਕੁਝ ਕੁਐਸਚਨ ਆਨਸਰ ਕਰਾਉਂਗੀ। ਨੇਮ ਦਾ ਮੇਨ ਰੈਸਪੀਰੇਟਰੀ ਆਰਗਨਸ ਇਨ ਮੈਮਲਸ। ਮੈਮਲ ਦੇ ਵਿੱਚ ਮੈਮਲਸ ਮੀਨਸ ਜਿਵੇਂ ਹਿਊਮਨ ਬੀਇੰਗਸ ਵਗੈਰਾ ਹੋ ਗਏ, ਠੀਕ ਆ। ਇਹਨਾਂ ਦੇ ਵਿੱਚ ਜਿਹੜੀ ਰੈਸਪੀਰੇਟਰੀ ਆਰਗਨਸ ਕਿਹੜਾ ਮੇਨ ਰੈਸਪੀਰੇਟਰੀ ਆਰਗਨ ਹੈਗਾ, ਸੋ ਇਹਦਾ ਆਨਸਰ ਹੈਗਾ ਵਾ ਲੰਗਸ। ਫੇਫੜੇ, ਫੇਫੜੇ ਤੋਂ ਕੀ ਆ ਮੈਮਲਸ ਜਿਵੇਂ ਹਿਊਮਨ ਬੀਇੰਗਸ ਹੋ ਗਏ, ਲਾਇਨਸ ਹੋ ਗਏ, ਟਾਈਗਰਸ ਹੋ ਗਏ, ਇਹ ਸਾਰੇ ਜਿਹੜੀ ਆ ਰੈਸਪੀਰੇਸ਼ਨ ਥਰੂ ਲੰਗਸ ਕਰਦੇ ਆ। ਵਿਚ ਸੈਲ ਫਾਰਮ ਅ ਥਿਨ ਲੇਅਰ ਆਫ ਦਾ ਆਊਟਰ ਸਰਫੇਸ ਆਫ ਦਾ ਰੂਟਸ। ਰੂਟਸ ਦੇ ਆਲੇ ਦੁਆਲੇ ਕਿਹੜੀ ਥਿਨ ਲੇਅਰ ਹੁੰਦੀ ਆ, ਉਹਦਾ ਆਨਸਰ ਹੈਗਾ ਐਪੀਬਲੇਮਾ। ਦੈਨ ਵੇਅਰ ਡਜ਼ ਰੈਸਪੀਰੇਸ਼ਨ ਇਨ ਪਲਾਂਟਸ ਓਕਰ। ਪੌਦਿਆਂ ਦੇ ਵਿੱਚ ਰੈਸਪੀਰੇਸ਼ਨ ਕਿੱਥੇ ਹੁੰਦੀ ਆ, ਸੋ ਇਹਦਾ ਆਨਸਰ ਹੈਗਾ ਮਾਈਟੋਕੌਂਡਰੀਆ ਦੇ ਵਿੱਚ। ਐਂਡ ਸੋ ਦਿਸ ਇਜ਼ ਆਲ ਅਬਾਊਟ ਦਾ ਰੈਸਪੀਰੇਸ਼ਨ ਇਨ ਆਰਗੈਨਿਜ਼ਮ, ਜਿਹਦੇ 'ਚ ਸਾਡਾ ਅੱਜ ਚੈਪਟਰ ਜਿਹੜਾ ਕੰਪਲੀਟ ਹੋ ਰਿਹਾ ਹੋ ਗਿਆ। ਇਹਦੇ 'ਚ ਅਸੀਂ ਪੜ੍ਹਿਆ ਕਿ ਰੈਸਪੀਰੇਸ਼ਨ ਆਰਗੈਨਿਜ਼ਮ ਵਿੱਚ ਕਿਵੇਂ ਹੁੰਦੀ ਆ, ਜਿਹਦੇ 'ਚ ਅਸੀਂ ਪੜ੍ਹਿਆ ਪਹਿਲਾਂ ਕਿ ਹਿਊਮਨ ਬੀਇੰਗਸ ਬਾਰੇ ਪੜ੍ਹਿਆ, ਦੈਨ ਅਸੀਂ ਪੜ੍ਹਿਆ ਟਾਈਪਸ ਆਫ ਰੈਸਪੀਰੇਸ਼ਨ। ਹੁਣ ਅਸੀਂ ਅੱਜ ਪੜ੍ਹਿਆ ਰੈਸਪੀਰੇਸ਼ਨ ਇਨ ਪਲਾਂਟਸ। ਇਹਦੇ 'ਚ ਅਸੀਂ ਪਲਾਂਟਸ ਦਾ ਪੂਰਾ ਦੱਸਿਆ ਕਿ ਪਲਾਂਟਸ ਵਿੱਚ ਰੈਸਪੀਰੇਸ਼ਨ ਕਿਵੇਂ ਹੁੰਦੀ ਹੈ, ਦੈਨ ਅਸੀਂ ਉਹਦੇ ਡਿਫਰੈਂਸਿਸ ਕੀਤੇ ਆ, ਦੈਨ ਅਸੀਂ ਕੁਝ ਕੁਐਸਚਨਸ ਕੀਤੇ ਆ। ਥੈਂਕ ਯੂ ਕਲਾਸ।